ਹੈਲੋ ਦੋਸਤੋ, ਮੋਸਟ ਵੈਲਕਮ ਇੱਕ ਹੋਰ ਵੀਡੀਓ ਦੇ ਵਿੱਚ। ਤਾਂ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਣਾ ਚੈਪਟਰ ਚੱਲੀ ਜਾਂਦਾ ਕੈਮਿਸਟਰੀ ਦਾ ਐਟਮ ਐਂਡ ਮੋਲੀਕਿਊਲਸ। ਠੀਕ ਹੈ, ਇਹਦੇ ਆਪਾਂ 3 ਲੈਕਚਰ ਲਗਾ ਚੁੱਕੇ ਹਾਂ। ਉਸ ਤੋਂ ਪਹਿਲਾਂ ਸ਼ੁਰੂ ਕਰਨ ਤੋਂ ਪਹਿਲਾਂ ਇਹਨਾਂ ਲੈਕਚਰ ਮੈਂ 2-3 ਚੀਜ਼ਾਂ ਤੁਹਾਨੂੰ ਕਲੀਅਰ ਕਰਨੀਆਂ ਚਾਹੁੰਦਾ। ਇੱਕ ਤਾਂ ਸਭ ਤੋਂ ਵੱਡਾ ਸਵਾਲ ਵੀਡੀਓ ਦੇ ਨੀਚੇ ਆਉਂਦਾ ਹੈ ਕਿ ਸਰ ਪੰਜਾਬੀ ਦੇ ਵਿੱਚ ਕਰਾਓ। ਤਾਂ ਮੈਂ ਉਹਨਾਂ ਬੱਚਿਆਂ ਨੂੰ ਇਹੀ ਰਿਪਲਾਈ ਕੀਤਾ 2-3 ਵਾਰੀ ਕਿ ਪਲੀਜ਼ ਤੁਸੀਂ ਇੱਕ ਵਾਰੀ ਚੈਪਟਰ ਕੰਪਲੀਟ ਕਰੋ ਜਿਹੜਾ ਇਹ ਵਾਲਾ ਚੱਲੀ ਜਾਂਦਾ। ਉਸ ਤੋਂ ਬਾਅਦ ਫਿਰ ਦੱਸਿਓ ਕਿ ਸਮਝ ਲੱਗੀ ਜਾਂ ਨਹੀਂ। ਤੁਸੀਂ ਸਿਰਫ ਇਹ ਥੋੜਾ ਜਿਹਾ ਡਰ ਜਾਂਦੇ ਹੋ ਕਿ ਜਿਹੜੇ ਲੋ ਆਪਾਂ ਸਮਝੋ ਕਿ ਜਿਹੜੀ ਇੰਗਲਿਸ਼ ਦੇ ਵਿੱਚ ਮੈਂ ਲਿਖ ਰਿਹਾ ਉਹ ਚੀਜ਼ਾਂ ਨੂੰ ਵੇਖ ਕੇ ਡਰ ਜਾਂਦੇ ਹੋ, ਪਰ ਮੈਂ ਸਮਝਾ ਕੀ ਰਿਹਾ ਪੰਜਾਬੀ ਦੇ ਵਿੱਚ ਹੀ ਰਿਹਾ ਤੁਹਾਨੂੰ। ਜ਼ਰੂਰ ਮੈਂ ਐਟਮ ਨੂੰ ਪਰਮਾਣੂ ਨਹੀਂ ਕਹਿੰਦਾਗਾ, ਪਰ ਮੈਂ ਐਟਮ ਨੂੰ ਜੇ ਤੁਸੀਂ ਸਮਝੋਗੇ ਤਾਂ ਇਹ ਬੜੇ ਸੌਖੇ ਵੇ ਨਾਲ ਤੁਹਾਨੂੰ ਇਹ ਚੀਜ਼ਾਂ ਸਮਝ ਆਉਣੀਆਂ। ਸੈਕਿੰਡ ਕੁਐਸਚਨ ਕੀ ਹੈ ਕਿ ਬਹੁਤ ਬੱਚੇ ਕੀ ਹੈ ਥਿਊਰੀ ਦੇਖ ਕੇ ਹੀ ਚਲੇ ਜਾਂਦੇ ਕਿ ਅਸੀਂ ਤਾਂ ਜਦੋਂ ਐਮਸੀਕਿਊ ਕਰਨਗੇ ਉਦੋਂ ਲਾਵਾਂਗੇ ਕਲਾਸ। ਪਰ ਜੇ ਤੁਹਾਨੂੰ ਥਿਊਰੀ ਹੀ ਨਹੀਂ ਕਲੀਅਰ, ਜੇ ਮੰਨ ਲਓ ਊੜਾ ਆੜਾ ਹੀ ਨਹੀਂ ਆਉਂਦਾ ਤਾਂ ਤੁਸੀਂ ਵਿਆਕਰਨ ਕਿਵੇਂ ਕਰ ਲਓਗੇ ਸਾਰੀ। ਪਹਿਲਾਂ ਤੁਹਾਨੂੰ ਊੜਾ ਆੜਾ ਹੀ ਸਿੱਖਣਾ ਪੈਣਾ। ਹੁਣ ਚੱਲਦੇ ਆਪਾਂ ਸ਼ੁਰੂ ਕਰਦੇ ਹਾਂ। ਲਾਸਟ ਵਾਲੇ 3 ਲੈਕਚਰ ਦੇ ਵਿੱਚ ਕੀ ਕੀਤਾ ਸੀ, ਲੋ ਕੀਤੇ ਸੀਗੇ, ਐਟਮ ਬਾਰੇ ਪੜ੍ਹਿਆ ਸੀਗਾ, ਥੋੜਾ ਬਹੁਤ ਮੈਟਰ ਬਾਰੇ ਵੀ ਪੜ੍ਹਿਆ ਸੀਗਾ। ਠੀਕ ਹੈ, ਤਾਂ ਐਟੋਮਿਕ ਮਾਸ ਆਪਾਂ ਕੱਲ ਸ਼ੁਰੂ ਕੀਤਾ ਸੀਗਾ। ਉਹਦੇ ਵਿੱਚ ਕੀ ਕੀਤਾ ਸੀ ਉਹਨਾਂ ਨੇ, ਕਾਰਬਨ ਨੂੰ ਜਿਹੜਾ ਕੀ ਲੈ ਲਿਆ ਸੀਗਾ ਕਿ ਰਿਲੇਟ ਕਰਨ ਵਾਸਤੇ ਸਾਰਿਆਂ ਦਾ ਮਾਸ, ਉਹਨੂੰ ਕੀ ਹੈ C12 ਉਹਦਾ ਆਈਸੋਟੋਪ ਲਿਆ ਸੀ ਜਿਹਨੂੰ ਆਪਾਂ 12C ਕਹਿੰਦੇ ਆ। ਇਹਦਾ 1/12th ਪਾਰਟ ਲਿਆ ਸੀ। ਇੱਥੋਂ ਤੱਕ ਆਪਾਂ ਐਂਡ ਕੀਤਾ ਸੀ ਨਾ ਕੱਲ, ਤਾਂ ਮੈਂ 23 ਤੇ ਦੱਸ ਰਿਹਾ। ਤਾਂ ਹੁਣ ਚੱਲਦੇ ਆਪਾਂ ਅੱਗੇ। ਅੱਗੇ ਆਪਾਂ ਸਟਾਰਟ ਕਿੱਥੋਂ ਕਰਨਾ ਅੱਜ ਆਪਾਂ ਸਟਾਰਟ ਕਰਨਾ ਹੈ, ਧਿਆਨ ਨਾਲ ਸੁਣ ਲਿਓ। ਹਰ ਵਾਰ ਦੀ ਤਰ੍ਹਾਂ ਨਿੱਕੀ ਨਿੱਕੀ ਚੀਜ਼ ਤੁਹਾਨੂੰ ਦੱਸੂਗਾ ਮੈਂ। ਜੇ ਤੁਹਾਨੂੰ ਪੁੱਛ ਲਿਆ ਜਾਵੇ ਮਾਸ ਆਫ 1 ਕਾਰਬਨ ਐਟਮ, ਮਾਸ ਆਫ 1 ਕਾਰਬਨ ਐਟਮ, ਮੈਨੂੰ ਜ਼ਰੂਰ ਕੋਈ ਗੱਲ ਨਹੀਂ ਜੋ ਤੁਹਾਨੂੰ ਲੱਗਦਾ ਤੁਸੀਂ ਕਮੈਂਟ ਕਰ ਦਿਆ ਕਰੋ। ਵੀਡੀਓ ਜਦੋਂ ਖਤਮ ਹੋ ਜਾਂਦਾ ਤੁਹਾਡਾ ਪ੍ਰੀਮੀਅਰ, ਕਿਉਂਕਿ ਇਹ ਲਾਈਵ ਨਹੀਂ ਹੁੰਦੀ, ਜਿੱਦੇ ਲਾਈਵ ਲਗਾਣੀ ਹੋਈ ਤਾਂ ਮੈਂ ਜ਼ਰੂਰ ਦੱਸੂਗਾ। ਤਾਂ ਹੁਣ ਕਮੈਂਟ ਕਰ ਦਿਆ ਕਰੋ ਤਾਂ ਜੋ ਮੈਨੂੰ ਪਤਾ ਲੱਗ ਸਕੇ ਕਿਹੜੇ ਕਿਹੜੇ ਬੱਚਿਆਂ ਨੂੰ ਕਿਹੜਾ ਕਿਹੜਾ ਡਾਊਟ ਰਹਿੰਦਾ। ਤਾਂ ਹੁਣ ਆਪਣਾ ਇਹਦਾ ਆਨਸਰ ਕੀ ਆਊਗਾ ਆਪਣੇ ਕੋਲੇ, ਜਿਹੜਾ ਆਪਣੇ ਕੋਲ ਮੰਨਿਆ ਜਾਂਦਾ ਉਹ ਹੈ 1.99। ਠੀਕ ਹੈ, ਮਲਟੀਪਲਾਈ 10 ਦੀ ਪਾਵਰ -23। ਫਸਟ ਟਾਈਮ ਜਦੋਂ ਇਹ ਚੀਜ਼ਾਂ ਦੇਖੋਗੇ ਤੁਹਾਨੂੰ ਔਖੀਆਂ ਲੱਗਣਗੀਆਂ। ਜਦੋਂ ਆਪਾਂ ਐਮਸੀਕਿਊ ਕਰ ਲਏ ਤੁਸੀਂ ਮੈਨੂੰ ਖੁਦ ਕਹੋਗੇ ਕਿ ਸਰ ਬਹੁਤ ਵਧੀਆ ਵੇ ਨਾਲ ਸਾਨੂੰ ਜਿਹੜਾ ਚੈਪਟਰ ਹੈ ਚੰਗੀ ਤਰ੍ਹਾਂ ਕਲੀਅਰ ਹੋ ਗਿਆ। ਜਿੰਨੇ ਵੀ ਆਪਾਂ ਐਮਸੀਕਿਊ ਕਰਾਂਗੇ ਉਸ ਤੋਂ ਬਾਹਰ ਕੋਈ ਵੀ ਨਹੀਂ ਪੁੱਛਿਆ ਜਾਊਗਾ, ਉਹਨਾਂ ਦੇ ਰਿਲੇਟ ਕਰਦੇ ਹੋਏ ਪੁੱਛੇ ਜਾਣਗੇ। ਚਲੋ ਹੁਣ ਦੇਖੋ, ਉਹਨਾਂ ਨੇ ਇਹ ਤਾਂ ਦੱਸਤਾ ਕਿ 1 ਕਾਰਬਨ ਐਟਮ ਦਾ ਜਿਹੜਾ ਮਾਸ ਹੁੰਦਾ ਉਹ ਕਿੰਨਾ ਹੁੰਦਾ, 1.99, 1.99 ਗੁਣਾ ਜਿਹੜੀ 10 ਦੀ ਪਾਵਰ -23। ਠੀਕ ਹੈ, ਤਾਂ ਹੁਣ ਆਪਾਂ ਕੀ ਕਰਨਾ ਹੈ, ਉਹਨਾਂ ਨੇ ਰਿਲੇਟ ਕਰਨਾ ਸੀ ਪਹਿਲਾਂ ਤਾਂ ਲਿਆ C12 ਤੇ ਉਸ ਤੋਂ ਬਾਅਦ ਕੀ ਹੈ 1/12 ਲਿਆ। ਠੀਕ ਹੈ, ਹੁਣ ਦੇਖੋ ਆਪਾਂ ਕੀ ਹੈ, ਇਹਨਾਂ ਨੇ ਕੀ ਕਿਹਾ ਇੱਕ ਕਾਰਬਨ ਦਾ, ਆਪਾਂ ਕੀ ਕਰਨਾ 1/12 ਦਾ। ਧਿਆਨ ਨਾਲ ਸਮਝ ਲਓ ਮੈਂ ਕੀ ਕਹਿ ਰਿਹਾ। ਆਪਾਂ ਕੱਢਣਾ, ਜਦੋਂ ਆਪਾਂ ਕੱਢਣਾ ਰਿਲੇਟਿਵ ਐਟੋਮਿਕ ਮਾਸ, ਕੱਲ ਤੁਹਾਨੂੰ ਦੱਸਿਆ ਸੀ ਨਾ, ਜਦੋਂ ਆਪਾਂ ਇਹ ਪਤਾ ਕਰਨਾ ਉਦੋਂ ਕੀ ਕਰਨਾ, C12 ਦਾ ਕਾਰਬਨ ਦਾ 1/12ਵਾਂ ਭਾਗ ਲੈਣਾ ਆਪਾਂ ਮਾਸ ਦਾ, ਤੇ ਆਪਣੇ ਕੋਲ ਟੋਟਲ ਮਾਸ ਕਿੰਨਾ ਹੈ 1.99 ਗੁਣਾ 10 ਦੀ ਪਾਵਰ -23। ਤਾਂ ਆਪਾਂ ਇਹਦਾ 1/12ਵਾਂ ਲੈਣਾ। ਪਹਿਲਾਂ ਆਪਾਂ ਇਹਨੂੰ ਕਰਾਂਗੇ 1/12। ਠੀਕ ਹੈ, ਕਿ ਉਹਨੂੰ ਕਿਵੇਂ ਸੋਲੂਸ਼ਨ ਕੱਢਾਂਗੇ ਆਪਾਂ ਤੁਹਾਨੂੰ ਮੈਂ ਬਸ ਸਿੱਧਾ ਦੱਸ ਦੂੰਗਾ, ਜ਼ਿਆਦਾ ਡੀਪ ਨਹੀਂ ਕਰਨਾ ਆਪਾਂ ਇਹਨੂੰ। ਹੁਣ ਦੇਖੋ ਕਿੰਨਾ ਸੀ 1.99 ਗੁਣਾ 10 ਦੀ ਪਾਵਰ -23। 1/12 ਮਤਲਬ ਨੀਚੇ 12 ਲੱਗ ਜੂਗਾ, ਉੱਪਰ 1 ਲੱਗੇ ਨਾ ਲੱਗੇ ਇੱਕੋ ਗੱਲ ਹੀ ਹੈ, ਕਿਉਂਕਿ ਮਲਟੀਪਲਾਈ 'ਚ ਹੀ ਰਹਿਣਾ ਉਹ। ਠੀਕ ਹੈ, ਉਹ 1 ਹੀ ਆਊਗਾ ਆਨਸਰ ਹੁੰਦਾ। ਹੁਣ 1/12 ਆਪਾਂ ਕੱਢਣ ਵਾਸਤੇ ਇਹਦਾ ਆਨਸਰ ਆਊਗਾ ਆਪਣੇ ਕੋਲੇ 1.66 ਗੁਣਾ 10 ਦੀ ਪਾਵਰ -24। ਠੀਕ ਹੈ, ਆਪਣੇ ਕੋਲ ਇਹ ਆਨਸਰ ਆ ਗਿਆ। ਹੁਣ 1.66 ਗੁਣਾ 10 ਦੀ ਪਾਵਰ -24, ਇੰਨਾ ਕਲੀਅਰ ਹੋ ਗਿਆ। ਹੁਣ ਚਲਦੇ ਹਾਂ ਅੱਗੇ। ਆਪਣੇ ਕੋਲ ਹੁਣ ਜਿਹੜਾ ਵੀ ਤੁਹਾਨੂੰ ਕਹੂਗਾ ਕਿ ਰਿਲੇਟਿਵ ਮਾਸ ਕਿਹੜਾ ਹੁੰਦਾ ਤਾਂ ਆਪਣੇ ਕੋਲ ਆਨਸਰ ਆ ਜਾਊਗਾ। ਠੀਕ ਹੈ, 1.66 ਮਲਟੀਪਲਾਈ 10 ਦੀ ਪਾਵਰ -24। ਹੁਣ ਉੱਥੇ ਕੁਐਸਚਨ ਕੀ ਪੁੱਛਿਆ ਜਾਊਗਾ, ਕੁਐਸਚਨ ਪੁੱਛਿਆ ਜਾਊ C12 ਦਾ 1/12 ਮਾਸ ਕੀ ਹੈ, ਤਾਂ ਆਪਣਾ ਰਾਈਟ ਆਨਸਰ ਕੀ ਹੋਊਗਾ 1.66 ਮਲਟੀਪਲਾਈ 10 ਦੀ ਪਾਵਰ -24। ਮੋਸਟ ਇੰਪੋਰਟੈਂਟ ਕੁਐਸਚਨ ਬਣਦਾ ਹੈ ਇਹ ਵੀ ਨੋਟ ਕਰ ਲਿਓ। ਠੀਕ ਹੈ, ਮੋਸਟ ਇੰਪੋਰਟੈਂਟ। ਚਲੋ ਹੁਣ ਆਪਾਂ ਚੱਲਦੇ ਹਾਂ ਅੱਗੇ। ਹੁਣ ਆਪਣੇ ਕੋਲ AMU ਦੀ ਗੱਲ ਕੀਤੀ ਸੀ ਮੈਂ ਜਮਾ ਸਟਾਰਟ ਦੇ ਵਿੱਚ। ਠੀਕ ਹੈ, ਇਹ ਹੁੰਦਾ ਯੂਨਿਟ। ਕਿੰਦਾ ਯੂਨਿਟ ਹੁੰਦਾ, ਇਹ ਹੁੰਦਾ ਐਟੋਮਿਕ ਮਾਸ ਯੂਨਿਟ।
ठीक है। AMU ਨਾਲ ਲੈਨੇ ਆਪਾਂ ਜਿੰਨੇ ਵੀ ਆਪਣੇ ਕੋਲ ਹੋਣਗੇ, ਠੀਕ ਹੈ। ਹੁਣ ਇਹਨੂੰ ਕਿਵੇਂ ਆਪਣਾ ਇਹਦਾ ਕੁਐਸਚਨ ਕੀ ਬਣ ਸਕਦਾ ਹੈ, AMU ਕਿੰਦੇ ਬਰਾਬਰ ਹੈ, ਜੇ ਤੁਹਾਨੂੰ ਪੁੱਛਿਆ ਜਾਵੇ ਇੱਕ AMU ਦੀ ਵੈਲਿਊ ਕੀ ਹੈ ਆਪਣੇ ਕੋਲੇ, ਤਾਂ ਉਹ ਹੋਊਗਾ 1/12, ਠੀਕ ਹੈ, 1/12 ਆਫ ਮਾਸ ਆਫ ਕਿੰਨਾ ਕੱਢਾਂਗੇ ਆਪਾਂ C12। ਇਹ ਕੀ ਹੈ ਆਪਣੇ ਕੋਲੇ ਆਈਸੋਟੋਪ ਹੈ। ਆਈਸੋਟੋਪ ਬਾਰੇ ਜਿਹੜੇ ਬੱਚਾ ਨਹੀਂ ਪਤਾ ਮੈਂ ਕੱਲ ਦੱਸਿਆ ਸੀ, ਪਹਿਲਾਂ ਉਹ ਆਪਣੇ ਲੈਕਚਰ ਲਗਾ ਲੈਣ ਜਿਹੜੇ ਬੱਚੇ ਨਵੇਂ ਆ। ਕਲਾਸ ਡੇਲੀ ਲੱਗਦੀ ਹੈ 3 ਵਜੇ, ਇਹ ਮੈਥ ਦੀ ਸਵੇਰੇ 7 ਵਜੇ। ਚਲੋ ਹੁਣ ਇੱਕ AMU ਦੀ ਵੈਲਿਊ ਵੀ ਪਤਾ ਲੱਗ ਗਈ ਕੀ ਹੈ ਆਪਣੇ ਕੋਲ 1/12 ਪਾਰਟ ਹੈ ਕਿੰਦਾ C12 ਦਾ ਮਾਸ C12 ਦਾ, ਤੇ ਜੇ ਉਹਨੂੰ ਸਿੱਧਾ ਸਿੱਧਾ ਪੁੱਛ ਲੈਣ ਉਹ ਹੋਊਗਾ 1.66 ਮਲਟੀਪਲਾਈ 10 ਦੀ ਪਾਵਰ -24। ਠੀਕ ਹੈ, ਇਹ ਕੁਐਸਚਨ ਬਣ ਸਕਦਾ। ਚਲੋ ਇਹ ਕਰਾਂਗੇ ਵੈਸੇ ਆਪਾਂ ਕੁਐਸਚਨ। ਹੁਣ ਚਲਦੇ ਹਾਂ ਅੱਗੇ। ਹੁਣ ਆਪਣੇ ਕੋਲ ਕੀ ਆਊਗਾ, ਹੁਣ ਦੇਖੋ, ਹੁਣ ਜੇ ਕਿਸੇ ਦਾ ਤੁਹਾਨੂੰ ਕਹਿ ਦੇਣ ਕਿ ਆਕਸੀਜਨ ਦਾ ਪਤਾ ਕਰੋ ਰਿਲੇਟਿਵ ਮਾਸ, ਠੀਕ ਹੈ। ਹੁਣ ਕਹਿਣਗੇ ਕਿ ਰਿਲੇਟਿਵ ਐਟੋਮਿਕ ਮਾਸ ਪਤਾ ਕਰਨਾ ਹੈ ਕਿੰਦਾ ਆਕਸੀਜਨ ਦਾ, ਕਿਸੇ ਵੀ ਇੱਥੇ ਹਾਈਡਰੋਜਨ ਦਿੱਤਾ ਹੋਵੇ, ਠੀਕ ਹੈ, ਇੱਥੇ ਕਾਰਬਨ ਡਾਈਆਕਸਾਈਡ ਦਿੱਤਾ ਹੋਵੇ, ਇੱਥੇ ਸੋਡੀਅਮ ਦਿੱਤਾ ਹੋਵੇ, ਕੋਈ ਵੀ ਚੀਜ਼ ਦਿੱਤੀ ਹੋਵੇ, ਧਿਆਨ ਨਾਲ ਸਮਝ ਲਓ ਮੈਂ ਕੀ ਦੱਸਣ ਜਾ ਰਿਹਾ। ਕੋਈ ਵੀ ਚੀਜ਼ ਦਿੱਤੀ ਹੋਵੇ ਤੇ ਨਾਲ ਤੁਹਾਨੂੰ ਕਿਹਾ ਹੋਵੇ ਕਿ ਇਹਦਾ ਆਪਾਂ ਕੀ ਪਤਾ ਕਰਨਾ ਹੈ, ਰਿਲੇਟਿਵ ਐਟੋਮਿਕ ਮਾਸ, ਠੀਕ ਹੈ। ਇਹਦਾ ਕੁਝ ਵੀ ਦਿੱਤਾ, ਕੋਈ ਵੀ ਐਲੀਮੈਂਟ ਦਿੱਤਾ ਤਾਂ ਇਹਦਾ ਆਪਾਂ ਕੀ ਪਤਾ ਕਰਨਾ, ਕੋਈ ਵੀ ਐਟਮ, ਠੀਕ ਹੈ, ਕੋਈ ਵੀ ਐਟਮ ਦਿੱਤਾ ਤਾਂ ਉਹਦਾ ਆਪਾਂ ਕੀ ਪਤਾ ਕਰਨਾ, ਰਿਲੇਟਿਵ ਐਟੋਮਿਕ ਮਾਸ। ਹੁਣ ਦੇਖੋ ਇਹ ਪਤਾ ਕਿਵੇਂ ਕਰਾਂਗੇ। ਹੁਣ ਮੰਨ ਕੇ ਚੱਲੋ ਪਹਿਲਾਂ ਤੁਹਾਨੂੰ ਮੈਂ ਦੱਸਦਾ ਫਾਰਮੂਲਾ। ਹੁਣ ਆਪਾਂ ਪਤਾ ਕੀ ਕਰਨਾ ਹੈ, ਰਿਲੇਟਿਵ, ਧਿਆਨ ਨਾਲ ਸਮਝ ਲਿਓ, ਰਿਲੇਟਿਵ ਐਟੋਮਿਕ ਮਾਸ, ਠੀਕ ਹੈ। ਇਹਦਾ ਫਾਰਮੂਲਾ ਕੀ ਹੈ ਆਪਣੇ ਕੋਲੇ, ਇਹਦਾ ਫਾਰਮੂਲਾ ਹੈਗਾ ਮਾਸ ਆਫ ਅ ਸਿੰਗਲ ਐਟਮ। ਜਿਹੜੇ ਵੀ ਮਾਸ ਦਾ ਆਪਾਂ ਪਤਾ ਕਰਨਾ ਉਹਦਾ ਮਾਸ ਆਊਗਾ ਉੱਪਰ, ਮਾਸ ਆਫ ਅ ਸਿੰਗਲ ਐਟਮ। ਸਿੱਧਾ ਪੰਜਾਬੀ ਚ ਦੇਸੀ ਸੌਦਾ ਇਹ ਹੈ ਕਿ ਜੇ ਆਕਸੀਜਨ ਦਾ ਪਤਾ ਕਰਨਾ, ਆਕਸੀਜਨ ਦਾ ਜਿੰਨਾ ਵੀ ਮਾਸ ਹੋਇਆ ਉਹ ਉੱਪਰ ਆਊਗਾ। ਮੈਂ ਤੁਹਾਨੂੰ ਕੱਢ ਕੇ ਦੱਸਣ ਜਾ ਰਿਹਾ। ਇਹਨੂੰ ਆਪਾਂ ਯੂ ਨਾਲ ਨਿਊ ਕਹਿ ਦਿੰਦੇ, ਜਿਹਨੂੰ ਤੁਸੀਂ ਇਹਨੂੰ ਨਿਊ ਕਹਿ ਦਿੰਦੇ ਆਪਾਂ, ਉਹਦੇ ਨਾਲ ਡਿਨੋਟ ਕਰਦੇ ਆ ਯੂ ਨੂੰ ਨਿਊ, ਠੀਕ ਹੈ। ਚਲੋ ਇਹ ਚੀਜ਼ਾਂ ਮੈਂ ਦੱਸੂਗਾ ਬਾਅਦ ਚੋਂ ਜਦੋਂ ਆਪਾਂ ਸਾਊਂਡ ਵਗੈਰਾ ਸਾਰੇ ਕੀਤੇ, ਉਹ ਚੈਪਟਰਾਂ ਦੇ ਵਿੱਚ ਸਾਰੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਕਲੀਅਰ ਕਰਾਂਗੇ। ਤੇ ਨੀਚੇ ਕੀ ਆਊਗਾ, ਹੁਣ ਆਪਾਂ ਦੇਖੋ ਰਿਲੇਟਿਵ ਐਟੋਮਿਕ ਮਾਸ ਕੱਢਣਾ, ਆਪਾਂ ਇੱਕ ਕਾਮਨ ਕਹਿ ਲਓ ਕਿ ਸਾਰਿਆਂ ਦਾ ਕਰਤਾ ਧਰਤਾ ਲਿਆ ਸੀ ਕਾਰਬਨ C12 1.66 ਗੁਣਾ 10 ਦੀ ਪਾਵਰ -24, ਤਾਂ ਉਹ ਆਊਗਾ ਨੀਚੇ। ਉਹਨੂੰ ਆਪਾਂ ਕੀ ਕਹਿੰਦੇ ਆ 1/12, ਠੀਕ ਹੈ, 1/12 ਮਾਸ ਆਫ, ਮੈਂ ਹੁਣੇ ਲਿਖ ਕੇ ਦੱਸਿਆ ਸੀ ਨਾ, 1/12 ਮਾਸ ਆਫ ਕਾਰਬਨ, ਕਿਹਦਾ ਕੱਢਿਆ ਸੀ ਆਪਾਂ, ਕਾਰਬਨ 12 ਦਾ ਐਟਮ ਦਾ। ਹੁਣ ਆਪਾਂ ਵੈਲਿਊ ਪੁੱਟ ਕਰ ਦਿੰਦੇ ਆ, ਮੰਨ ਕੇ ਚਲੋ ਆਕਸੀਜਨ ਦਾ ਕੱਢਣਾ ਆਪਾਂ, ਠੀਕ ਹੈ। ਰਿਲੇਟਿਵ ਮਾਸ ਕਿੰਨਾ ਕੱਢਣਾ, ਆਕਸੀਜਨ ਦਾ। ਆਕਸੀਜਨ ਦਾ ਮਾਸ ਕੀ ਹੁੰਦਾ ਆਪਣੇ ਕੋਲੇ, ਆਕਸੀਜਨ ਦਾ ਹੁੰਦਾ 2.66 ਗੁਣਾ 10 ਦੀ ਪਾਵਰ -23, ਠੀਕ ਹੈ। 2.66 ਗੁਣਾ, ਇੱਕ ਚੀਜ਼ ਯਾਦ ਰੱਖ ਲਿਓ, ਮੈਂ ਦੱਸ ਰਿਹਾ ਕਿ ਇਹਨਾਂ ਨੂੰ ਕਿਵੇਂ ਨਿਕਲਦੇ ਆ ਇਹ, ਬਸ ਇਹਦੇ ਵੱਧ ਤੋਂ ਵੱਧ ਤੁਹਾਡੇ ਤੋਂ ਫਾਰਮੂਲਾ ਪੁੱਛਿਆ ਜਾ ਸਕਦਾ ਹੈ। ਇੰਨਾ ਜ਼ਿਆਦਾ ਡੀਪ ਉਹਨਾਂ ਨੇ ਜਾ ਕੇ ਕਰਨਾ ਕੀ ਹੈ, ਤੇ ਵੱਧ ਤੋਂ ਵੱਧ ਫਾਰਮੂਲਾ ਪੁੱਛਿਆ ਜਾ ਸਕਦਾ ਹੈ, ਜਾਂ ਪੁੱਛਿਆ ਜਾ ਸਕਦਾ ਹੈ ਕਿ ਜੋ ਹੁਣ ਆਪਾਂ ਕੱਢਾਂਗੇ ਨਾ ਕਿ ਰਿਲੇਟਿਵ ਐਟੋਮਿਕ ਮਾਸ ਕੀ ਹੈ। ਹੁਣ ਜੇ ਮੰਨ ਲਓ ਤੁਹਾਨੂੰ ਇਹ ਪੁੱਛਿਆ ਜਾ ਸਕਦਾ ਹੈ ਕਿ ਹਾਈਡਰੋਜਨ ਦਾ ਰਿਲੇਟਿਵ ਐਟੋਮਿਕ ਮਾਸ ਕੀ ਹੈ, ਤੇ ਜੇ ਪੁੱਛਿਆ ਜਾ ਸਕਦਾ ਆਕਸੀਜਨ ਦਾ ਕੀ ਹੈ, ਤੁਸੀਂ ਸੋਲਵ ਨਹੀਂ ਕਰਨਾ, ਜਿਹੜਾ ਆਨਸਰ ਆਊਗਾ ਉਹ ਆਕਸੀਜਨ ਦਾ ਐਟੋਮਿਕ ਮਾਸ ਹੋਊਗਾ, ਰਿਲੇਟਿਵ ਐਟੋਮਿਕ ਮਾਸ ਹੋਊਗਾ, ਠੀਕ ਹੈ। ਹੁਣ ਦੇਖੋ, ਹੁਣ ਆਪਾਂ ਕੀ ਕਰਨਾ, ਨੀਚੇ ਕੀ ਆਊਗਾ ਆਪਣੇ ਕੋਲੇ, ਸੌਰੀ ਲਾਈਨ ਥੋੜੀ ਜਿਹੀ ਟੱਡੀ ਹੋਊਗੀ, ਨੀਚੇ ਆਊਗਾ ਆਪਣੇ ਕੋਲ ਜਿਹੜਾ ਆਪਾਂ ਲਿਆ ਕਾਮਨ 1.66 ਮਲਟੀਪਲਾਈ 10 ਦੀ ਪਾਵਰ -24। ਹੁਣ ਇਹਨਾਂ ਨੂੰ ਕੱਟ ਕੇ ਕੁਛ ਵੀ ਕਰਕੇ, ਠੀਕ ਹੈ, ਜਿੰਨਾ ਮਰਜ਼ੀ ਕੱਟਾ ਵੱਡੀ ਕਰਕੇ, ਇਹਦਾ ਆਪਣੇ ਕੋਲ ਰਾਈਟ ਆਨਸਰ ਆਊਗਾ 16U, ਜਿਹਨੂੰ ਨਿਊ ਕਹਿ ਦਿੰਦੇ ਆ ਤੁਸੀਂ, ਨਿਊ NU ਨਾਲ ਨਿਊ U, ਠੀਕ ਹੈ। ਯੂਨਿਟ ਕਹਿ ਲਓ ਜੋ ਤੁਹਾਨੂੰ ਸੌਖਾ ਲੱਗਦਾ, U ਦਿਮਾਗ 'ਚ ਰੱਖਣਾ ਬਸ ਤੁਸੀਂ ਇਹਨੂੰ। U ਨਾਲ ਜਿਵੇਂ ਆਪਾਂ ਲਿਖ ਨਹੀਂ ਦਿੰਦੇ ਹੁੰਦੇ 16 ਗ੍ਰਾਮ 16 ਕਿਲੋਗ੍ਰਾਮ, ਉਵੇਂ ਐਟੋਮਿਕ ਮਾਸ ਨੂੰ ਆਪਾਂ ਲਿਖਾਂਗੇ U ਨਾਲ। ਇਹਨੂੰ ਗ੍ਰਾਮ ਨਾਲ ਵੀ ਲਿਖ ਸਕਦੇ ਆ, ਉਹ ਕਨਸੈਪਟ ਆਪਣਾ ਅੱਗੇ ਆਊਗਾ, ਇੱਕ ਅੱਧਾ ਲੈਕਚਰ ਛੱਡ ਕੇ ਉਹ ਵੀ ਮੈਂ ਕਰਾਉਂਗਾ ਤੁਹਾਨੂੰ, ਪਰ ਹੁਣ ਤੁਸੀਂ ਇੰਨਾ ਯਾਦ ਰੱਖਣਾ ਕਿ U ਆਊਗਾ। ਦੁਬਾਰਾ ਫਿਰ ਸਮਝ ਲਓ, ਰਿਲੇਟਿਵ ਐਟੋਮਿਕ ਮਾਸ ਕੱਢਣਾ
ਤਾਂ ਜਿੰਦਾ ਵੀ ਕੱਢਣਾ ਪਹਿਲਾਂ ਉਹਦਾ ਮਾਸ ਉੱਪਰ ਆਊਗਾ, ਨੀਚੇ ਜਿਹੜਾ ਆਪਾਂ ਕੋਮਨ ਲਿਆ ਸਾਰਿਆਂ ਦਾ ਉਹ ਕਿਹੜਾ ਲਿਆ 1/12th ਮਾਸ ਆਫ ਦੀ ਕਾਰਬਨ ਐਟਮ। ਕਿਹੜੇ ਕਾਰਬਨ ਐਟਮ ਲਿਆ C12 ਦਾ, ਠੀਕ ਹੈ। ਕਿੰਨਾ ਲਿਆ 1.66 ਮਲਟੀਪਲਾਈ 10 ਦੀ ਪਾਵਰ -24। ਇਹਨਾਂ ਕਲੀਅਰ ਹੋ ਗਿਆ। ਹੁਣ ਪੇਪਰ 'ਚ ਕੀ ਆਊਗਾ, ਪੇਪਰ 'ਚ ਇਹ ਆਊਗਾ ਹੁਣ ਆਪਣਾ ਆਨਸਰ ਕਿੰਨਾ ਆ ਗਿਆ ਆਕਸੀਜਨ ਦਾ, ਉਹ ਆ ਗਿਆ ਆਪਣੇ ਕੋਲੇ 16U, ਠੀਕ ਹੈ। ਹੁਣ ਇਹ ਪੁੱਛਿਆ ਜਾ ਸਕਦਾ ਸਿੱਧਾ ਸਿੱਧਾ ਕਿ ਰਿਲੇਟਿਵ ਐਟੋਮਿਕ ਮਾਸ ਆਕਸੀਜਨ ਦਾ ਨੀਚੇ ਦਿੱਤਾ ਹੋਇਆ ਵਿੱਚੋਂ ਪਛਾਣ ਕਰੋ, ਉੱਥੇ ਆਨਸਰ ਹੋਊਗਾ 12U, ਠੀਕ ਹੈ, 2U, 3 ਦਾ ਆ ਗਿਆ 16U, 4 ਦਾ ਆ ਗਿਆ 18U, ਤਾਂ ਆਪਣਾ ਰਾਈਟ ਆਨਸਰ ਕੀ ਆਊਗਾ 16। ਇਹ ਕੁਐਸਚਨ ਬਣ ਸਕਦਾ। ਕਲੀਅਰ ਹੋ ਗਿਆ ਕਨਸੈਪਟ। ਹੁਣ 4-5 ਹੈਗੇ ਆ ਜਿਹੜੇ ਬੱਚੇ ਨੋਟ ਕਰਦੇ ਆ, ਨੋਟ ਕਰ ਲਿਓ, ਮੈਂ ਲਿਖਾ ਦਿੰਦਾ। ਇਹ ਮਤਲਬ ਐਗਜ਼ਾਮ ਦੇ ਵਿੱਚ ਪੁੱਛੇ ਵੀ ਜਾ ਸਕਦੇ, ਆਪਾਂ ਇਹਨਾਂ ਦੇ ਵੈਸੇ ਤਾਂ ਕੁਐਸਚਨ ਵੀ ਬਣਾਵਾਂਗੇ, ਠੀਕ ਹੈ। ਚਲੋ ਐਲੀਮੈਂਟ ਕੀ ਹੈ ਆਪਣੇ ਕੋਲੇ, ਐਲੀਮੈਂਟ ਹੈਗਾ ਆਪਣੇ ਕੋਲੇ ਪਹਿਲਾ ਹਾਈਡਰੋਜਨ, ਸੈਕਿੰਡ ਮੰਨ ਲਓ ਆਪਣੇ ਕੋਲ ਹੈਗਾ ਕਾਰਬਨ, ਠੀਕ ਹੈ। ਉਸ ਤੋਂ ਬਾਅਦ ਆਪਣੇ ਕੋਲ ਹੈਗਾ ਨਾਈਟ੍ਰੋਜਨ, ਉਸ ਤੋਂ ਬਾਅਦ ਆਪਣੇ ਕੋਲ ਹੈਗਾ ਆਕਸੀਜਨ। ਜ਼ਿਆਦਾ ਦਿਮਾਗ ਤੇ ਬੋਝ ਨਹੀਂ ਪਾਣਾ, ਸਿਰਫ ਨੋਟ ਜਿਹੜੇ ਬੱਚੇ ਕਰਦੇ ਆ ਉਹ ਨੋਟ ਕਰਕੇ ਰੱਖ ਲਓ। ਵੈਸੇ ਸਾਰੇ ਬੱਚੇ ਨੋਟ ਕਰ ਲੈਣ ਤਾਂ ਬੈਟਰ ਹੈ। ਪਹਿਲਾਂ ਜਦੋਂ 3 ਵਜੇ ਕਲਾਸ ਲੱਗਦੀ ਉਦੋਂ ਚੰਗੀ ਤਰ੍ਹਾਂ ਸਮਝ ਲਓ, ਦਿਮਾਗ 'ਚ ਬਿਠਾ ਲਓ, ਫਿਰ ਉਸ ਤੋਂ ਬਾਅਦ ਸ਼ਾਮ ਨੂੰ ਜਦੋਂ ਤੁਹਾਡੇ ਕੋਲ ਟਾਈਮ ਹੋਵੇ ਉਦੋਂ ਕੀ ਹੈ ਇਹਨੂੰ ਨੋਟ ਕਰ ਲਿਓ। ਫਿਰ ਤੁਹਾਨੂੰ 2 ਵਾਰ, ਇੱਕ ਵਾਰੀ ਜਿਹੜਾ ਲੈਕਚਰ 2 ਵਾਰ ਹੋ ਗਿਆ ਫਿਰ ਤੁਸੀਂ ਬਿਲਕੁਲ ਨਹੀਂ ਭੁੱਲੋਗੇ। ਚਲੋ ਹੁਣ ਇਹ ਤਾਂ ਐਲੀਮੈਂਟ ਹੈ ਸਾਰੇ, ਠੀਕ ਹੈ। ਹੁਣ ਆਪਾਂ ਇਹਨਾਂ ਦਾ ਪਤਾ ਕੀ ਕਰਨਾ, ਐਟੋਮਿਕ ਮਾਸ, ਜਿਹਨੂੰ ਆਪਾਂ ਕਾਹਦੇ ਨਾਲ ਡਿਨੋਟ ਕਰਾਂਗੇ U ਦੇ ਨਾਲ। ਹਾਈਡਰੋਜਨ ਦਾ ਕੀ ਹੈ ਆਪਣੇ ਕੋਲੇ 1, ਕਾਰਬਨ ਦਾ ਕੀ ਹੈ ਆਪਣੇ ਕੋਲੇ 12, ਨਾਈਟ੍ਰੋਜਨ ਦਾ ਕੀ ਹੈ ਆਪਣੇ ਕੋਲੇ 14, ਆਕਸੀਜਨ ਦਾ ਹੁਣੇ ਕੱਢਿਆ ਸੀ ਕਿੰਨਾ 16, ਠੀਕ ਹੈ। ਸੋਡੀਅਮ ਦਾ ਆਪਣੇ ਕੋਲ ਹੋ ਗਿਆ 23 ਤੇ ਮੈਗਨੀਸ਼ੀਅਮ ਦਾ ਹੋ ਗਿਆ 24। ਇਹਨੂੰ ਤੁਸੀਂ ਇੱਥੇ ਮੈਂ ਵੈਸੇ U ਪਾ ਹੀ ਦਿੱਤਾ, ਤੇ ਜੇ ਪਿੱਛੇ ਵੀ ਲਿਖਣਾ ਹੋਇਆ ਤਾਂ ਲਿਖ ਸਕਦੇ ਹੋ, ਠੀਕ ਹੈ। ਆ ਸਾਰੀਆਂ ਚੀਜ਼ਾਂ ਜੇ ਨੋਟ ਕਰਨੀਆਂ ਨੋਟ ਕਰ ਸਕਦੇ ਹੋ ਤੁਸੀਂ। ਅੱਗੇ ਚੱਲਦੇ ਹਾਂ ਆਪਾਂ। ਇਹ ਤੁਹਾਡਾ ਹੁਣ ਕਨਸੈਪਟ ਇੱਕ ਕੰਪਲੀਟ ਹੋ ਗਿਆ, ਐਟਮ ਐਂਡ ਐਟੋਮਿਕ ਮਾਸ। ਇਹ ਕਨਸੈਪਟ ਤੁਹਾਡਾ ਕੰਪਲੀਟ ਹੋ ਚੁੱਕਿਆ ਥਿਊਰੀ ਦੇ ਅਕੋਰਡਿੰਗ, ਜਿੰਨਾ ਤੁਹਾਨੂੰ ਕਰਨ ਲਈ ਸਫੀਸ਼ੀਐਂਟ ਸੀ। ਜ਼ਿਆਦਾ ਡੀਪ ਨਹੀਂ ਅਜੇ ਜਾਣਾ, ਉਹ ਆਪਾਂ MCQ ਦੇ ਵਿੱਚ ਕਰਾ ਦੂੰਗਾ ਮੈਂ ਤੁਹਾਨੂੰ, ਠੀਕ ਹੈ। ਜ਼ਿਆਦਾ ਡੀਪ ਮਤਲਬ ਇੱਕ ਅੱਧਾ ਚੀਜ਼ ਹੋਊਗੀ ਜਿਹੜੀ ਜ਼ਿਆਦਾ ਹੀ ਕੋਈ ਇਕੁਏਸ਼ਨ ਵਗੈਰਾ ਹੁੰਦੀਆਂ, ਜਾਂ ਹੁਣ ਤੁਹਾਨੂੰ ਵਾਰੀ ਮੈਂ ਨਿਊਮੈਰਿਕ ਕੱਢ ਦਿਖਾਈ ਜਾਵਾਂ, ਨਹੀਂ ਇੰਨਾ ਦਿਮਾਗ ਤੇ ਬੋਝ ਨਹੀਂ ਪਾਣਾ ਆਪਾਂ। ਤੁਹਾਨੂੰ ਮੈਂ ਬੇਸਿਕ ਜਮਾਂ ਕਲੀਅਰ ਕਰਾਤਾ ਕਿਹੜੀਆਂ ਚੀਜ਼ਾਂ ਹੁੰਦੀਆਂ। ਪੰਜਾਬੀ ਦੇ ਵਿੱਚ ਹੀ ਦੱਸਿਆ, ਇੰਗਲਿਸ਼ ਦੇ ਵਿੱਚ ਨਹੀਂ, ਠੀਕ ਹੈ। ਇੰਗਲਿਸ਼ ਲਿਖੀ ਜ਼ਰੂਰ ਹੈ ਪਰ ਬੋਲਿਆ ਮੈਂ ਪੰਜਾਬੀ ਦੀਆਂ ਜਿੰਨੇ ਵੀ ਲੈਕਚਰ ਬੋਲੇ। ਚਲੋ ਹੁਣ ਚੱਲਦੇ ਆਪਾਂ ਅੱਗੇ। ਐਟਮ ਮੋਲੀਕਿਊਲ ਕਰੀ ਜਾਂਦੇ ਨਾ, ਹੁਣ ਆਪਾਂ ਪੜ੍ਹਦੇ ਹਾਂ ਮੋਲੀਕਿਊਲ ਬਾਰੇ। ਮੋਲੀਕਿਊਲ ਤੇ ਮੋਲੀਕਿਊਲ ਮਾਸ, ਫਿਰ ਆਣਗੇ ਆਇਨਿਕ ਕੰਪਾਊਂਡਸ। ਬਸ ਆ 2-3 ਚੀਜ਼ਾਂ ਰਹਿ ਗਈਆਂ, ਫਿਰ ਤੁਹਾਡਾ ਚੈਪਟਰ ਖਤਮ ਹੋ ਜਾਊਗਾ। ਫਿਰ ਆਪਾਂ ਨਾਲ ਦੀ ਨਾਲ MCQ ਕਰ ਲਾਂਗੇ, ਟਾਈਮ ਨਹੀਂ ਪਾਵਾਂਗੇ, ਠੀਕ ਹੈ। ਚਲੋ ਸਭ ਤੋਂ ਪਹਿਲਾਂ ਸਮਝਣਾ ਕਿ ਮੋਲੀਕਿਊਲ ਹੁੰਦਾ ਕੀ ਹੈ। ਹੁਣ ਐਟਮ ਕੀ ਹੁੰਦੇ ਆ, ਮੋਲੀਕਿਊਲ ਸਮਝਣ ਤੋਂ ਪਹਿਲਾਂ ਤੁਹਾਨੂੰ ਐਟਮ ਬਾਰੇ ਪਤਾ ਹੋਣਾ ਚਾਹੀਦਾ, ਜਿਹੜਾ ਕਿ ਮੈਂ ਦੱਸ ਚੁੱਕਿਆ, ਠੀਕ ਹੈ। ਐਟਮ ਇੰਨਾ ਤਾਂ ਤੁਹਾਨੂੰ ਪਤਾ ਲੱਗ ਗਿਆ ਕਿ ਛੋਟੇ ਤੋਂ ਛੋਟਾ ਪਾਰਟੀਕਲ ਹੁੰਦਾ ਜਿਹਦੇ ਨਾਲ ਮੈਟਰ ਬਣਦੇ ਆ। ਤੇ ਇੱਕ ਤਰ੍ਹਾਂ ਦੇ ਮੰਨ ਕੇ ਚੱਲੋ ਕਿ ਐਟਮ ਜਿਹੜੇ ਕੁਦਰਤ ਦੇ ਵਿੱਚ ਇਕੱਲੇ ਰਹਿੰਦੇ ਆ ਮੋਸਟਲੀ, ਠੀਕ ਹੈ। ਪਰ ਕੁਝ ਕੁ ਜਿਹੜੇ ਐਟਮ ਹੁੰਦੇ ਆ ਨਾ, ਉਹ ਕੀ ਇਹ ਕੁਦਰਤ ਦੇ ਵਿੱਚ ਇਕੱਲੇ ਨਹੀਂ ਰਹਿੰਦੇ। ਕੁਦਰਤ ਦੇ ਕਹਿਣ ਦਾ ਮਤਲਬ ਕਿ ਉਹਨਾਂ ਦਾ ਫਾਰਮੂਲਾ, ਮੋਲੀਕਿਊਲ ਫਾਰਮੂਲਾ ਕਹਿ ਲਓ, ਠੀਕ ਹੈ, ਜਾਂ ਉਹਨਾਂ ਨੂੰ ਐਲੀਮੈਂਟ ਕਹਿ ਲਓ ਉਹਨਾਂ ਦਾ, ਉਹ ਕੀ ਇਕੱਲੇ ਨਹੀਂ ਰਹਿੰਦੇ। ਜਿਵੇਂ ਕਈਆਂ ਦੇ ਨਿਸ਼ਾਨ ਤਾਂ ਆਪਾਂ ਫਾਰਮੂਲਾ ਇਕੱਲਿਆਂ ਦਾ ਲਿਖ ਦਿੰਦੇ ਆ, ਤੇ ਉਹ ਕੀ ਹੈ ਇਕੱਲੇ ਨਹੀਂ ਰਹਿੰਦੇ। ਹੁਣ ਜੇ ਇਕੱਲੇ ਨਹੀਂ ਰਹਿੰਦੇ ਮਤਲਬ ਉਹਨਾਂ ਨੂੰ ਕੋਈ ਨਾ ਕੋਈ ਸਾਥ ਦੀ ਜ਼ਰੂਰਤ ਹੈ, ਠੀਕ ਹੈ, ਕੋਈ ਨਾ ਕੋਈ ਸਾਥੀ ਚਾਹੀਦਾ ਉਹਨਾਂ ਨੂੰ। ਤਾਂ ਉਹ ਕੀ ਕਰਦੇ ਆ, ਹੁਣ ਅੱਗੇ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ। ਕਈ ਹੁੰਦੇ ਆ ਨਾ ਆਪਣੇ ਨਾਲ ਵੀ ਕਿ ਜਿਵੇਂ ਇਕੱਲੇ ਬਾਜ਼ਾਰ ਜਾਣਾ ਨਹੀਂ ਪਸੰਦ ਕਰਦੇ, ਇਕੱਲੇ ਕੋਈ ਬਾਹਰ ਜਾਣਾ ਨਹੀਂ ਪਸੰਦ ਕਰਦੇ, ਠੀਕ ਹੈ। ਉਹਨਾਂ ਨੂੰ ਕੀ ਹੈ ਸਾਥੀ ਦੀ ਜ਼ਰੂਰਤ ਹੁੰਦੀ ਹੈ। ਤੇ ਜਦੋਂ ਸਾਥੀ ਕਿਵੇਂ ਬਣਦਾ ਹੁੰਦਾ, ਕਿਸੇ ਨਾਲ ਕੀ ਹੈ ਇੱਕ ਵਧੀਆ ਜੀ ਬੌਂਡਿੰਗ ਹੋ ਜੇ। ਸਾਥੀ ਤਾਂ ਹੀ ਬਣਦਾ ਨਾ, ਇਹ ਤਾਂ ਨਹੀਂ ਕਿ ਤੁਸੀਂ ਫੇਸਬੁੱਕ ਤੇ ਮੈਸੇਜ ਕੀਤਾ, ਕਿਸੇ ਨੂੰ WhatsApp ਤੇ ਮੈਸੇਜ ਕੀਤਾ ਤੇ ਉਹ ਤੁਹਾਡਾ ਸਾਥੀ ਬਣ ਗਿਆ, ਨਹੀਂ। ਇੱਕ ਕਿਸੇ ਨਾਲ ਵਧੀਆ ਬੌਂਡ ਹੋਣਾ ਚਾਹੀਦਾ, ਫਿਰ ਉਹਨੂੰ ਆਪਾਂ ਕੀ ਕਵਾਂਗੇ, ਉਹਦਾ ਸਾਥੀ ਹੈ, ਉਹ ਪ੍ਰੋਪਰ ਫਰੈਂਡ ਜਿਹਨੂੰ ਕਹਿ ਦਿੰਦੇ ਇੰਗਲਿਸ਼ ਦੇ ਵਿੱਚ ਤੁਸੀਂ। ਤਾਂ ਉਵੇਂ ਹੀ ਐਟਮ ਹੈ। ਕਈ ਐਟਮ ਹੁੰਦੇ ਆ ਕਿ ਇਕੱਲੇ ਨਹੀਂ, ਸ਼ਰਮਿਲੇ ਟਾਈਪ ਦੇ ਹੁੰਦੇ ਆ ਕਿ ਇਕੱਲੇ ਬਾਹਰ ਨਹੀਂ ਤੁਰੇ ਫਿਰਦੇ ਆ ਆਲੇ ਦੁਆਲੇ, ਠੀਕ ਹੈ। ਉਹਨਾਂ ਨੂੰ ਕੌਣ ਚਾਹੀਦਾ, ਉਹਨਾਂ ਨੂੰ ਸਾਥੀ ਚਾਹੀਦਾ। ਪਰ ਸਾਥੀ ਬਣਾਉਣ ਲਈ ਉਹ ਕੀ ਕਰਨਗੇ,
फिर उस साथी नाल की जो साथी मान लो उन्होंने मिल गया सामने कि हाँ वो की है, वो मेरा साथी खड़ा है सामने, फिर उन्हें की बनाएंगे बॉन्ड बनाएंगे। ये एक दो तरह की होंगी, मैं थोड़ा अगे दसूंगा, पर एक बार इन्ना समझ लो कि बॉन्ड बना लैनगे उन्हें नाल की होगा जो देखो पहला वो की सी एटम इकल्ला सी, जो बॉन्ड बन गया की हो गया दो, दो नूं तुसीं की कह दिंदे आ पेयर कह दिंदे आ, जोड़े नूं पेयर ही कहने ना, जोड़ा बन जूगा तो उन्होंने की कह पेयर कह जदों जदों पेयर बन गया, पेयर इनू ग्रुप भी कह सकते हैं, इसे ग्रुप नूं की कहंदे आ मोलीक्यूल। पता लग गया मोलीक्यूल की हुंदा। कुछ एटम हुंदे आ जिहड़े कुदरत दे विच की है कल्ले नहीं रहिंदे, उन्हां नूं कोई ना कोई साथी की लोड़ हुंदी है, जदों साथी नाल बॉन्ड बना लैंदे आ तां ओह की बन जांदे आ ग्रुप मोलीक्यूल बन जांदे आ। ठीक है, हुण देखो एक ग्रुप हुंदा किहड़े तरह दा, एक ग्रुप हुंदा कि इन्हां विच सेम एटम हुंदे आ। जे मान लो हम ऑक्सीजन है, ऑक्सीजन कल्ला नहीं रहिंदा, ठीक है, ये किहदे नाल बॉन्ड बना लैंदा, फिर एक ऑक्सीजन नाल बना लैंदा, वो की बन जांदा O2 बन जांदा। ठीक है, हुण देखो ये की बन गया, ये बन गया अपने कोले मोलीक्यूल बन गया, पर एक ही इहदे विच सेम तरह के एटम है, तां करके इहनूं की है आपां की कवांगे, इहनूं आपां कवांगे मोलीक्यूल ऑफ एलीमेंट। ठीक है, जिंदे विच सेम तरह के एटम होण, मोलीक्यूल ऑफ एलीमेंट अजिहा ग्रुप जिस विच इक्को जिहे एटम होण। ठीक है, ਜਾਂ ਤਾਂ ਇੱਕੋ ਜਿਹੇ ਐਟਮ ਹੋਣ ਜਾਂ ਜੁੜ ਕੇ ਕੀ ਬਣਾ ਰਹੇ ਆ ਬੌਂਡ ਬਣਾ ਰਹੇ ਆ। ਮੈਂ ਤੁਹਾਡੇ ਸਾਹਮਣੇ ਪ੍ਰੈਕਟੀਕਲ ਕਰਕੇ ਦਿਖਾ ਰਿਹਾ ਅਜਿਹੇ ਮੋਲੀਕੂਲ ਜਿਨ੍ਹਾਂ ਵਿੱਚ ਇੱਕੋ ਜਿਹੇ ਐਟਮ ਹੋਣ, ਉਹਨਾਂ ਮੋਲੀਕੂਲ ਉਹਨਾਂ ਨੂੰ ਕੀ ਕਹਿੰਦੇ ਆ, ਉਹਨਾਂ ਨੂੰ ਕਹਿੰਦੇ ਮੋਲੀਕੂਲ ਆਫ ਐਲੀਮੈਂਟ। ਉਹਨਾਂ ਮੋਲੀਕੂਲ ਨੂੰ ਕੀ ਕਹਿੰਦੇ ਆ, ਮੋਲੀਕੂਲ ਆਫ ਐਲੀਮੈਂਟ। ਕਲੀਅਰ ਹੋ ਗਿਆ ਕਨਸੈਪਟ। ਛੋਟੀ ਜਿਹੀ ਐਗਜ਼ਾਮਪਲ ਵੀ ਦੇ ਦਿੰਦਾ ਮੈਂ, ਲਓ ਬਹੁਤ ਬੱਚਿਆਂ ਦਾ ਜਿਹੜਾ ਨਿੱਕਾ ਜਿਹਾ ਡਾਊਟ ਹੈ ਉਹ ਕਲੀਅਰ ਹੋ ਜਾਊਗਾ। ਠੀਕ ਹੈ, ਹੁਣ ਮੰਨ ਕੇ ਚਲੋ H प्लस H एक ही बना लेंगे H2। ठीक है, इनू आप की कहांगे मोलीक्यूल मोलीक्यूल ऑफ एलीमेंट। O2 दी दी सी मैंने O प्लस O की बन गया O2, इनू भी कहांगे मोलीक्यूल ऑफ एलीमेंट। क्लीयर हो गया हम कंसैप्ट कि मोलीक्यूल होंदे की है ते मोलीक्यूल ऑफ एलीमेंट किन्ना नू कहंदे है। ठीक है, ਹੁਣ ਚਲਦੇ ਆਪਾਂ ਇੱਕ ਛੋਟੀ ਜਿਹੀ ਹੋਰ ਅੱਗੇ ਚੀਜ਼ ਹੈਗੀ ਹੈ, ਕਹਿੰਦੇ ਜਮਾਂ ਹੀ ਸੌਖੀ ਹੈ, ਜਿਵੇਂ ਸੌਖਾ ਤੁਰਿਆ ਹੁੰਦਾ ਉਵੇਂ ਉਹ ਸੌਖੀ ਹੈ। ਠੀਕ ਹੈ, ਹੁਣ ਦੇਖੋ ਮੋਸਟ ਇੰਪੋਰਟੈਂਟ ਕੁਐਸਚਨ, ਮੋਸਟ ਇੰਪੋਰਟੈਂਟ, ਧਿਆਨ ਨਾਲ ਸੁਣ ਲਿਓ ਸਾਰੇ ਬੱਚੇ। ਇੱਕ ਮੋਲੀਕੂਲ ਵਿੱਚ ਇੱਕ ਮੋਲੀਕੂਲ ਵਿੱਚ ਇੱਕ ਮੋਲੀਕੂਲ ਵਿੱਚ जिन्ने एटम होंगे है, ठीक है, या जिन्ने एटम वो रखता है उन्होंने की कहते हैं उनकी एटोमिसिटी। ठीक है, उन्होंने कहते हैं एटोमिसिटी। ये दो तरह दी चीज़ां होंदियां, ये मैं कराऊंगा, बस इन्ना की करी याद रख लो। ठीक है, एक मोलीक्यूल विच एटम जिन्ने होंगे है उनकी स्ट्रेंथ नूं की कहने आपां एटोमिसिटी। क्लियर है, वन एटम इक्वल टू वन एटोमिसिटी। वन बस इन्ना याद रख लो कि एक मोलीक्यूल दे विच जिहड़े एटम रखण दी उनकी स्ट्रेंथ हुंदी है उन्होंने कहते एटोमिसिटी। ये अपने को कार्बन वाले कार्बन एंड इट्स कंपाउंड वाला चैप्टर है जिहड़ा उहदे विच भी तुहानूं डिटेल च दस्सिया है। बस एक निक्का जिहा पॉइंट सी जिहड़ा मैं तुहानूं दसना सी, उहदे विच डिटेल नाल करांगे आपां। ठीक है, तुहानूं पूरी डेफिनेशन कराऊंगा इहदी। हुण चलदे आपां अगे। हुण देखो आपां की करने आ, बस आ लास्ट कंसैप्ट है, इस तो बाद फिर आप मास करांगे वो अगले लेक्चर च। ध्यान नाल समझ लियो बस जिहड़ा भी हुण मैं कराउण लग्या, मोलीक्यूल्स ऑफ एन एलीमेंट, इनका की मतलब है। हुण देखो तुहानूं मैं एक चीज़ दसदा, हुण देखो किसी का नंबर है, मान लो आ नंबर है समथिंग 98, उस तो बाद आ नंबर है, पिछे अगला ला दिंदा है मेरा तो जी आ नंबर है। ठीक है, हुण देखो तुसीं लिखाण लगे की बोलते हो, ऐ तो नहीं कहते 000, इनू की कहने 00034, यही कहने ना।
00034। ਇੱਥੇ ਟ੍ਰਿਪਲ ਦਾ ਮਤਲਬ ਕੀ ਹੈ ਕਿ ਇਹਦੇ ਤੁਹਾਡੇ ਨੰਬਰ ਦੇ ਵਿੱਚ 3 ਜ਼ੀਰੋ ਹੈ, ਠੀਕ ਹੈ। ਤੁਹਾਡੇ ਨੰਬਰ ਦੇ ਵਿੱਚ ਕੀ ਹੈ 3 ਜ਼ੀਰੋ ਹੈ, ਉਵੇਂ ਐਲੀਮੈਂਟ ਐਗਜ਼ਿਸਟ ਕਰਦੇ ਆ। ਐਲੀਮੈਂਟ ਨੂੰ ਆਪਾਂ ਇੱਕ ਦੇ ਕਹਿ ਲਓ ਕਿ ਜਿਹੜਾ ਇੱਕ ਕਿਸੇ ਦੇ ਵਿੱਚ ਇੱਕ ਐਟਮ ਵੀ ਹੁੰਦਾ ਨਾ, ਉਹਨੂੰ ਵੀ ਆਪਾਂ ਕਈ ਵਾਰੀ ਕੀ ਹੈ ਮੋਲੀਕਿਊਲ ਦੇ ਵਿੱਚ ਕੰਸੀਡਰ ਕਰਦੇ ਆ। ਹੁਣ ਤੁਸੀਂ ਕਹੋਗੇ ਕਿ ਸਰ ਹੁਣੇ ਤਾਂ ਤੁਸੀਂ ਸਟਾਰਟਿੰਗ ਦੇ ਵਿੱਚ ਕਿਹਾ ਸੀ ਕਿ ਜਿਹੜੇ ਐਟਮ ਇੱਕੋ ਜਿਹੇ ਹੁੰਦੇ ਆ ਜੋੜ ਕੇ ਬੌਂਡ ਬਣਾਉਂਦੇ ਆ ਉਹਨਾਂ ਨੂੰ ਆਪਾਂ ਮੋਲੀਕਿਊਲ ਕਹਿੰਦੇ ਆ। ਹੁਣ ਤੁਸੀਂ ਕਹੀ ਜਾਂਦੇ ਕਿ ਜਿੰਦੇ ਵਿੱਚ ਇੱਕ ਐਟਮ ਵੀ ਹੁੰਦਾ ਉਹਨੂੰ ਵੀ ਮੋਲੀਕਿਊਲ ਕਹਿੰਦੇ ਆ। ਇਹਦੀ ਵੀ ਮੈਂ ਐਗਜ਼ਾਮਪਲ ਦਿੰਦਾ, ਠੀਕ ਹੈ। ਐਗਜ਼ਾਮਪਲ ਨਾਲੋਂ ਪਹਿਲਾਂ ਤੁਸੀਂ ਨੋਟ ਕਰ ਲਓ, ਫਿਰ ਮੈਂ ਤੁਹਾਨੂੰ ਡੈਫੀਨੇਸ਼ਨ ਕਰਾਉਂਗਾ ਕੱਲ। ਇੰਨੇ ਲਈ ਫਿਰ ਨਹੀਂ ਤਾਂ ਕਿਉਂਕਿ ਦੇਖੋ ਜੇ ਤਾਂ ਹੁੰਦੀ ਪੰਜਾਬੀ ਫਿਰ ਤਾਂ ਤੁਹਾਨੂੰ ਮੈਂ ਕਹਿ ਲਓ ਕਿ ਕਿਉਂਕਿ ਬਹੁਤ ਬੱਚੇ ਫਰੈਂਡਲੀ ਹੁੰਦੇ ਆ, ਉਹ ਤਾਂ ਮਿੰਟ 'ਚ ਜਲਦੀ ਜਲਦੀ ਘੰਟੇ ਘੰਟੇ ਦੀ ਲੈਕਚਰ ਵੀ ਲਾ ਦਿੰਦਾ। ਜੇ ਹੁੰਦੀ ਹਿੰਦੀ ਉਹ ਪਿਛਲੇ ਵਾਰੀ ਵੀ ਲਾਈ ਸੀ ਆਪਾਂ, ਉਵੇਂ ਵੀ ਲਾ ਦਿੰਦਾ। ਕਿਉਂਕਿ ਇਹ ਸਬਜੈਕਟ ਹੈ ਜਿਹਨਾਂ ਨਾਲ ਫਰੈਂਡਲੀ ਹੋ ਤੁਸੀਂ। ਸਾਇੰਸ ਜਿਹੜਾ ਸਬਜੈਕਟ ਹੈ ਨਾ ਉਹਦੇ ਨਾਲ ਬੱਚੇ ਬਹੁਤ ਘੱਟ ਫਰੈਂਡਲੀ ਹੈ, ਤਾਂ ਕਰਕੇ ਮੈਂ ਉਹਨਾਂ ਕੀ ਕਰਾਉਣਾ ਜਿੰਨਾ ਕੋਲ ਲੋਡ ਜਿਹੜਾ ਕਹਿ ਲਓ ਕਿ ਲੈ ਸਕਣ ਬਸ। ਕਿਉਂਕਿ ਆਪਾਂ ਸਭ ਨੂੰ ਦੇਖ ਕੇ ਚੱਲਣਾ, ਕਿਉਂਕਿ ਬਹੁਤ ਬੱਚੇ ਇੰਟੈਲੀਜੈਂਟ ਵੀ ਹੈ ਤੇ ਬਹੁਤ ਬੱਚੇ ਜਿਹੜੇ ਬੇਸਿਕ ਤੋਂ ਵੀ ਸਟਾਰਟ ਕਰਦੇ ਆ। ਨਲਾਇਕ ਕੋਈ ਵੀ ਬੱਚਾ ਨਹੀਂ ਹੁੰਦਾ। ਇੱਕ ਗੱਲ ਮੇਰੀ ਅੱਜ ਕਹਿ ਲਓ ਕਿ ਪੱਲੇ ਬੰਨ ਲਓ, ਨਲਾਇਕ ਹੈ ਜਿਹੜਾ ਵੀਕ ਬੱਚਾ ਕੋਈ ਵੀ ਨਹੀਂ ਹੁੰਦਾ। ਵੀਕ ਬੱਚਾ ਆਪਾਂ ਉਹਨੂੰ ਕੰਸੀਡਰ ਕਰਦੇ ਆ ਜਿਹੜਾ ਕੋਈ ਮੈਂਟਲੀ ਇਲ ਹੋਵੇ, ਠੀਕ ਹੈ, ਜਿਹਨੂੰ ਕੋਈ ਕਹਿ ਲਓ ਕਿ ਡਿਸੇਬਿਲਿਟੀ ਹੁੰਦੀ ਹੈ ਕਿਸੇ ਵਿੱਚ। ਤੁਸੀਂ ਕਈ ਵਾਰੀ ਕਹਿ ਦਿੰਦੇ ਆ ਕਿ ਇਹਦਾ ਬੱਚਾ ਹੀ ਬਹੁਤ ਵੀਕ ਹੈ। ਵੀਕ ਕੋਈ ਵੀ ਨਹੀਂ ਹੁੰਦਾ, ਠੀਕ ਹੈ। ਸਿਰਫ ਤੇ ਸਿਰਫ ਉਹਦੇ ਇੰਟਰਸਟ ਦੀ ਗੱਲ ਹੁੰਦੀ ਹੈ। ਕਿਸੇ ਦਾ ਪੰਜਾਬੀ ਦੇ ਵਿੱਚ ਇੰਟਰਸਟ ਹੁੰਦਾ, ਕਿਸੇ ਦਾ ਹਿੰਦੀ ਵਿੱਚ, ਕਿਸੇ ਦਾ ਇੰਗਲਿਸ਼, ਕਿਸੇ ਦਾ ਮੈਥ ਸਾਇੰਸ, ਕਿਸੇ ਦਾ ਐਸਐਸਟੀ ਦੇ ਵਿੱਚ। ਵੀਕ ਤਾਂ ਆਪਾਂ ਉਹਨੂੰ ਕੰਸੀਡਰ ਕਰ ਦਿੰਦੇ ਕਈ, ਮੈਂ ਨਹੀਂ ਕਿਸੇ ਨੂੰ ਕਰਦਾ, ਕਈ ਕਰ ਦਿੰਦੇ ਕਿ ਉਹਨੂੰ ਜੇ ਘੱਟ ਆਉਂਦੀ ਤਾਂ ਉਹਨੂੰ ਕਹਿ ਦਿੰਦੇ ਵੀਕ ਹੈ। ਵੀਕ ਨਹੀਂ, ਉਹ ਬਸ ਉਹ ਧਿਆਨ ਘੱਟ ਦਿੰਦਾ ਪਿਆ। ਹੁਣੇ ਮੈਂ ਕਲਾਸਾਂ ਹੀ ਤਾਂ ਲਾ ਰਿਹਾ ਆਰਾਮ ਨਾਲ, ਕਰੋਨ ਨੂੰ ਤਾਂ ਮੈਂ ਜਲਦੀ ਜਲਦੀ ਐਮਸੀਕਿਊ ਕਰਾ ਕੇ ਇੱਕ ਦਿਨ 'ਚ ਚੈਪਟਰ ਖਤਮ ਕਰਾ ਦਾਂ ਤੇ 22 ਦਿਨਾਂ ਬਾਅਦ ਤੁਹਾਨੂੰ ਕਹਾਂ ਲਓ ਜੀ ਤੁਹਾਡਾ ਸਾਇੰਸ ਦਾ ਸਿਲੇਬਸ ਹੋ ਗਿਆ। ਨਹੀਂ, ਮੈਂ ਕਿਹੜਾ ਕੋਈ ਪੈਸੇ ਲੈ ਕੇ ਤੇ ਤੁਹਾਨੂੰ ਜਿਹੜਾ ਕਹਿ ਲਓ ਕਿ ਸਿਲੇਬਸ ਖਤਮ ਕਰਾ ਕੇ ਮੈਡਲ ਲੈਣਾ, ਨਹੀਂ। ਮੈਂ ਕਰਾਊਂਗਾ ਉਹ ਚੀਜ਼ਾਂ ਜਿਹੜੀਆਂ ਤੁਹਾਡੇ ਕੰਮ ਆਉਣ ਵਾਲੀਆਂ, ਠੀਕ ਹੈ, ਅੱਗੇ ਵੀ ਹੁਣ ਵੀ, ਕਿਉਂਕਿ ਅੱਗੇ ਜਾ ਕੇ ਤੁਸੀਂ ਬੱਚਿਆਂ ਨੂੰ ਪੜ੍ਹਾਉਣਾ, ਇਹ ਚੀਜ਼ਾਂ ਤੁਹਾਡੇ ਕੰਮ ਆਉਣੀਆਂ। ਚਲੋ ਅੱਜ ਮੈਂ ਸਿਰਫ ਤੇ ਸਿਰਫ ਤੁਹਾਨੂੰ ਪੁਆਇੰਟ ਕਰਾਊਂਗਾ, ਇਹਨਾਂ ਦੀ ਡੈਫੀਨੇਸ਼ਨ ਕਰਾਊਂਗਾ ਕੱਲ। ਕਿਉਂ? ਕਿਉਂਕਿ ਅੱਜ ਤੁਸੀਂ ਇੰਨਾ ਹੀ ਕਰ ਲਓ ਬਹੁਤ ਹੈ, ਬਸ ਇਹਦੀ ਛੋਟੀ ਜਿਹੀ ਰਿਵੀਜ਼ਨ ਕਰ ਲਿਓ ਬਾਅਦ ਚੋਂ। ਚਲੋ ਇੱਕ ਹੁੰਦਾ ਮੋਨੋ ਐਟੋਮਿਕ ਮੋਲੀਕਿਊਲ। ਮੋਨੋ ਐਟੋਮਿਕ ਮੋਲੀਕਿਊਲ। ਹੁਣ ਚੱਲਦੇ ਹਾਂ ਸੈਕਿੰਡ ਵੱਲ। ਸੈਕਿੰਡ ਹੁੰਦਾ ਡਾਇਆਟੋਮਿਕ। ਇਹਨਾਂ ਦੀ ਮੈਂ ਪੰਜਾਬੀ ਚ ਵੀ ਦੱਸੂ ਕੀ ਮਤਲਬ, ਹਰ ਇੱਕ ਚੀਜ਼ ਐਗਜ਼ਾਮਪਲ ਵੀ ਦਊਂਗਾ ਪਰ ਅੱਜ ਨਹੀਂ, ਕਿਉਂਕਿ ਫਿਰ ਤੁਸੀਂ ਕਹੋਗੇ ਸਰ ਇੰਨਾ ਜ਼ਿਆਦਾ ਲੋਡ ਹੋ ਗਿਆ ਸਾਡੇ ਤੇ, ਸਾਨੂੰ ਸਮਝ ਹੀ ਨਹੀਂ ਆਇਆ, ਮਿਕਸ ਹੋ ਗਿਆ ਸਾਰਾ ਕੁਝ। ਹੁਣ ਆ ਗਿਆ ਟ੍ਰਾਇਆਟੋਮਿਕ। ਕਰਾਉਣ ਨੂੰ ਤਾਂ ਮੈਂ ਹੁਣੇ ਵੀ ਕਰਾ ਦਿੰਦਾ ਟ੍ਰਾਇਆਟੋਮਿਕ ਮੋਲੀਕਿਊਲ, ਪਰ ਹਾਂ ਇਹ ਨਹੀਂ ਕਿ ਤੁਹਾਨੂੰ ਅੱਧ ਵਿਚਾਲੇ ਛੱਡੂੰਗਾ। ਅੱਜ ਹੀ ਵੀਡੀਓ 'ਚ ਕਨਸੈਪਟ ਦੱਸੂਗਾ ਕਿ ਇਹ ਮਤਲਬ ਕੀ ਹੈ ਇਹਨਾਂ ਦਾ, ਪਰ ਡਿਟੇਲ ਦੇ ਵਿੱਚ ਗੱਲ ਕਰਾਂਗੇ। ਟੈਟਰਾਐਟੋਮਿਕ ਮੋਲੀਕਿਊਲ। ਮੈਂ ਵਾਰ-ਵਾਰ ਇੱਕੋ ਗੱਲ ਕਹਿੰਦਾ, ਪਲੀਜ਼ ਕਲਾਸ ਨੂੰ ਛੱਡ ਕੇ ਜਾਇਆ ਕਰੋ। ਇਹੀ ਚੀਜ਼ਾਂ ਸੋਚ ਕੇ ਕਿ ਤੁਹਾਨੂੰ ਸਮਝ ਨਹੀਂ ਆ ਰਹੀ, ਨੀਂਦ ਆ ਰਹੀ ਹੈ। ਹੁਣ ਆ ਗਿਆ ਆਪਣੇ ਕੋਲੇ ਪੋਲੀਐਟੋਮਿਕ। ਬਸ ਪੋਲੀਐਟੋਮਿਕ ਮੋਲੀਕਿਊਲ। ਜੇ ਕਿਸੇ ਨੂੰ ਐਟੋਮਿਸਿਟੀ ਤੇ ਵੈਲੈਂਸੀ ਦੋ ਚੀਜ਼ਾਂ ਹੁੰਦੀਆਂ, ਐਟੋਮਿਸਿਟੀ ਤੇ ਵੈਲੈਂਸੀ ਹੁੰਦੀ ਹੈ, ਇਹਨਾਂ 'ਚ ਡਾਊਟ ਹੈ, ਮੈਂ ਅਗਲੇ ਲੈਕਚਰ 'ਚ ਕਰਾਊਂਗਾ। ਅਗਲਾ ਲੈਕਚਰ ਨਹੀਂ, ਅਗਲੇ ਲੈਸਨ ਦੇ ਵਿੱਚ ਕਰਾਊਂਗਾ, ਠੀਕ ਹੈ। ਜਿਹੜੀ ਐਟੋਮਿਸਿਟੀ ਦੱਸੀ ਹੈ ਉਹ ਛੋਟਾ ਜਿਹਾ ਇੱਕ ਪੁਆਇੰਟ ਦੱਸਿਆ, ਉਹਦੇ 'ਚ ਜ਼ਿਆਦਾ ਨਾ ਕਨਫਿਊਜ਼ ਹੋਏ ਕਿ ਸਰ ਤੁਸੀਂ ਹੋਰ ਕੁਝ ਦੱਸਿਆ ਸੀ, ਉਹ ਹੋਰ ਕੁਝ ਹੈ। ਹੁਣ ਦੇਖੋ ਮੋਨੋ ਦਾ ਮਤਲਬ ਜਿੰਦੇ ਵਿੱਚ ਇੱਕ ਐਟਮ ਹੋਵੇ, ਜਿਹੜੇ ਮੋਲੀਕਿਊਲ ਦੇ ਵਿੱਚ ਇੱਕ ਐਟਮ ਹੋਵੇ, ਜਾਂ ਕਹਿ ਲਓ ਕਿ ਜਿਹੜਾ ਮੋਲੀਕਿਊਲ ਇੱਕ ਐਟਮ ਦਾ ਬਣਿਆ ਹੋਵੇ। ਤੇ ਡਾਇਆ ਵਿੱਚ ਕੀ ਹੈ ਆਪਣੇ ਕੋਲੇ ਦੋ ਐਟਮ ਮੋਲੀਕਿਊਲਸ ਹੋਣ, ਦੋ ਐਟਮ ਵਾਲੇ, ਠੀਕ ਹੈ। ਹੁਣ ਤੀਸਰੇ 'ਚ ਕੀ ਤਿੰਨ ਐਟਮ ਵਾਲੇ, ਟਰਾਈ ਜਿਵੇਂ ਹੁਣ ਦੱਸਿਆ ਨਾ 000, ਤਿੰਨ ਐਟਮ ਵਾਲੇ। ਉਸ ਤੋਂ ਬਾਅਦ ਕੀ ਹੈ ਜਿੰਦੇ ਵਿੱਚ ਚਾਰ ਐਟਮ ਵਾਲੇ ਹੋਣ। ਹੁਣ ਇਹ ਨਹੀਂ ਕਹਿਣਾ ਕਿ ਆ ਪੰਜ ਵਾਲੀ ਹੈ, ਨਹੀਂ, ਇਹਦੇ ਵਿੱਚ ਕੰਸੀਡਰ ਕੀਤੇ ਆ ਬਹੁਤ ਸਾਰੇ ਹੁੰਦੇ ਇਹਦੇ ਵਿੱਚ, 5 6 7 8 ਕਿੰਨੇ ਵੀ ਹੋ ਸਕਦੇ ਆ। ਚਾਰ ਵਾਲੇ ਤਾਂ ਤੁਹਾਡੇ ਕੋਲ ਸਿੱਧੇ ਸਿੱਧੇ ਹੋ ਗਏ ਨਾ, ਮੋਨੋ ਐਟੋਮਿਕ, ਤੇ ਉਸ ਤੋਂ ਬਾਅਦ ਡਾਇਆ ਵਾਲਾ 2 ਹੋ ਗਿਆ, ਟਰਾਈ ਵਾਲਾ 3 ਹੋ ਗਿਆ, ਟੈਟਰਾ ਵਾਲਾ ਹੋ ਗਿਆ 4, ਤੇ ਪੋਲ ਵਾਲਾ ਆ ਗਿਆ। ਪੋਲ ਵਾਲਾ ਆਪਣੇ ਕੋਲ ਬਹੁਤ ਸਾਰੇ ਹੁੰਦੇ, ਜਿਵੇਂ S8, ਠੀਕ ਹੈ। ਇੱਕੋ ਦੇ ਆਪਣੇ ਕੋਲ ਹੋਣ ਤਾਂ ਉਹਨੂੰ ਉਹ ਕਾਹਦੇ 'ਚ ਕੰਸੀਡਰ ਹੋਊਗਾ, ਪੋਲ ਐਟੋਮਿਕ। ਹੁਣ ਮੈਨੂੰ ਇਹ ਦੱਸਣਾ, ਤੁਹਾਡਾ ਹੋਮਵਰਕ ਹੀ ਕਹਿ ਲਓ ਕਿ S8 ਕਿਹਦਾ ਫਾਰਮੂਲਾ, ਜਾਂ ਇਹਦਾ ਨਾਮ ਦੱਸਣਾ ਤੁਸੀਂ, ਨਾਮ ਕਿਹੜਾ ਹੁੰਦਾ। ਤਾਂ ਮੈਨੂੰ ਜ਼ਰੂਰ ਇੱਕ ਚੀਜ਼ ਦੱਸ ਕੇ ਜਾਇਓ ਕਿਵੇਂ ਲੱਗਦੀ ਹੈ ਤੁਹਾਨੂੰ ਕਲਾਸ, ਠੀਕ ਹੈ। ਜੇ ਤੁਹਾਨੂੰ ਐ ਨਹੀਂ ਸਮਝ ਆ ਰਹੀ ਤਾਂ ਮੈਨੂੰ ਇਹ ਵੀ ਦੱਸੋ ਕਿ ਤੁਸੀਂ ਸਮਝਣਾ ਕਿਸ ਤਰ੍ਹਾਂ ਚਾਹੁੰਦੇ ਆ,
ਤਾਂ ਇੱਕ ਗੱਲ ਨਾ ਕਿਉਂ ਕਿ ਸਰ ਪੰਜਾਬੀ, ਕਿਉਂਕਿ ਮੈਂ ਹੁਣ ਫਿਰ ਉਹੀ ਗੱਲ ਕਹੂੰਗਾ, ਇੱਕ ਵਾਰੀ ਚੈਪਟਰ ਪੂਰਾ ਹੋਣ ਦਿਓ ਫਿਰ ਮੈਨੂੰ ਕਿਹੋ ਕਿ ਹਾਂਜੀ ਸਰ ਪੰਜਾਬੀ ਦੇ ਵਿੱਚ ਕਰਾਓ, ਸਾਨੂੰ ਇੰਗਲਿਸ਼ 'ਚ ਸਮਝ ਨਹੀਂ ਹੈ। ਠੀਕ ਹੈ, ਪਹਿਲਾਂ ਪਲੀਜ਼ ਆਰਾਮ ਨਾਲ ਥੋੜਾ ਅੱਧਾ ਘੰਟਾ ਕੱਢ ਕੇ 15 ਮਿੰਟ ਕੱਢ ਕੇ ਕਨਸੈਪਟ ਸੁਣੋ ਜ਼ਰੂਰ। ਜਦੋਂ ਸਮਝ ਲੱਗ ਰਿਹਾ ਫਿਰ ਮੈਨੂੰ ਦੱਸੋ ਕਿ ਹਾਂਜੀ ਸਰ ਹੁਣ ਸਾਨੂੰ ਸਮਝ ਆ ਰਿਹਾ। ਮੈਂ ਗਰੰਟੀ ਨਾਲ ਕਹਿ ਸਕਦਾ ਕਿ ਜਿਹੜੇ ਪੰਜਾਬੀ ਬੱਚੇ ਕਹਿ ਰਹੇ ਆ ਉਹ ਆਪਦੀ ਥਾਂ ਸਹੀ ਹੈ, ਪਰ ਉਹ ਇੱਕ ਵਾਰੀ ਟਾਈਮ ਜ਼ਰੂਰ ਦੇਣ ਇੰਗਲਿਸ਼ ਮੀਡੀਅਮ 'ਚ ਵੀ ਸਾਇੰਸ ਨੂੰ, ਤਾਂ ਉਹਨਾਂ ਨੂੰ ਬਹੁਤ ਵਧੀਆ ਵੇ ਨਾਲ ਸਮਝ ਆਊਗੀ। ਕਿਉਂਕਿ ਜਿਹੜੇ MCQ ਹੈ ਨਾ ਉਹ ਤੁਹਾਨੂੰ ਸਾਰੇ ਹੀ ਉਸ ਟਾਈਪ ਦੇ ਆਣੇ ਆ ਕਿ ਤੁਹਾਨੂੰ ਪੰਜਾਬੀ ਦੇ ਵਿੱਚ ਬਹੁਤ ਘੱਟ ਸਮਝ ਆਉਣਗੇ। ਇਹ ਜਿਹੜੇ ਬੱਚੇ ਪੜ੍ਹਦੇ ਆ ਫਰੈਂਡਲੀ ਉਹਨਾਂ ਨੂੰ ਜ਼ਰੂਰ ਪੁੱਛੋ। ਚਲੋ ਮਿਲਦੇ ਆ ਨੈਕਸਟ ਲੈਕਚਰ ਦੇ ਵਿੱਚ, ਤਾਂ ਮੈਨੂੰ ਦੱਸ ਕੇ ਜਾਇਓ। 4 ਲੈਕਚਰ ਆਪਣੇ ਹੋ ਚੁੱਕੇ ਆ। ਜ਼ਰੂਰ ਇਹ ਵੀ ਮੈਂ ਮੰਨਦਾ ਕਿ ਲੈਂਥੀ ਹੋ ਰਿਹਾ, ਪਰ ਕੈਮਿਸਟਰੀ ਆਰਾਮ ਨਾਲ ਕਰੋ। ਇੱਕ ਇਹ ਆਪਾਂ ਆਰਾਮ ਨਾਲ ਕਰਾਂਗੇ। ਬਾਕੀ ਤਾਂ ਜਿਹੜਾ ਫਿਜ਼ਿਕਸ ਰਹਿ ਗਈ ਤੁਹਾਡੀ ਉਹ ਤਾਂ ਇੱਕ ਇੱਕ ਦਿਨ ਦੇ ਇੱਕ ਇੱਕ ਚੈਪਟਰ ਹੋਣਗੇ। ਠੀਕ ਹੈ, ਚਲੋ ਮਿਲਦੇ ਆ ਫਿਰ ਨੈਕਸਟ ਲੈਕਚਰ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਆਪਣਾ ਕੀਮਤੀ ਸਮੇਂ ਦੇਣ ਲਈ।